104 अंग ते 35वां शब्द बख्शिश कर रहे ने महाराज। आओ सतगुरु जी बख्शिश कर रहे ने माਝ राग दे विच पंजवें पातशाह। सो ये बहुत ही जितना उपदेश अजकल शुरू किया महाराज ने सानू देना, चौथे पातशाह ने ते पंजवें पातशाह ने, ਇਹਦੇ ਵਿੱਚ बहुत सरल सादे ढंग ਦੇ ਨਾਲ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਬੁਲਾਉਂਦੇ ਹਨ ਸਾਰਿਆਂ ਨੂੰ, ਆਓ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਫਿਰ ਕਹਿੰਦੇ ਨੇ ਆਵੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ। ਇੱਥੇ ਵੀ ਉਹੀ ਬਚਨ ਕਰਦੇ ਨੇ, ਆਓ ਸਾਜਨ ਸੰਤ ਮੀਤ ਪਿਆਰੇ। ਪਿਆਰੇ ਵਾਹਿਗੁਰੂ ਦੇ ਮਿੱਤਰ ਅਤੇ ਸੱਜਣ ਸੰਤ ਮਿੱਤਰ ਮਹਾਤਮਾ ਜਨ ਸਾਧ ਸੰਗਤ ਸਤਿਗੁਰੂ ਬੁਲਾਉਂਦੇ ਨੇ, ਤੁਸੀਂ ਮੇਰੇ ਪਾਸ ਆਓ। ਆਪਾਂ ਮਿਲ ਕੇ ਕੀ ਕਰਨਾ ਹੈ? ਸਾਰਿਆਂ ਨੇ ਸਤ ਸੰਗਤ ਵਿੱਚ ਜੋ ਕਰੀਦਾ, ਮਿਲ ਗਾਵੋ ਗੁਣ ਆਗਮ ਅਪਾਰੇ। ਅਸੀਂ ਆਪਸ ਵਿੱਚ ਮਿਲ ਕੇ ਆਗਮ ਜੋ ਪਹੁੰਚ ਪਰਮਾਤਮਾ ਹੈ, ਪਾਰਾਵਾਰ ਤੋਂ ਰਹਿਤ ਜੋ ਅਪਾਰ ਹੈ, ਸਾਰਿਆਂ ਨੇ ਮਿਲ ਕੇ ਉਹਦੇ ਗੁਣ ਗਾਉਣਾ ਕਰਨੇ ਹਨ। ਸਭ ਨੇ ਇਕੱਠੇ ਬਹਿ ਕੇ ਪਰਮਾਤਮਾ ਦੇ ਗੁਣ ਗਾਉਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਆਪ ਦੀ ਹਜ਼ੂਰੀ ਵਿੱਚ ਇਕੱਠੇ ਬੈਠਾਂਗੇ, ਗੁਣ ਗਾਵਾਂਗੇ, ਪਰ ਇਹ ਜ਼ਰੂਰ ਦੱਸ ਦਿਓ ਕਿ ਸਾਨੂੰ ਇਹਨਾਂ ਦਾ ਫਿਰ ਲਾਭ ਕੀ ਮਿਲੇਗਾ? ਕਿਉਂ ਅਸੀਂ ਸੰਸਾਰੀ ਜੀਵ ਹਾਂ, ਅਸੀਂ ਤਾਂ ਬਿਨਾਂ ਲਾਭ ਤੋਂ ਕਿਤੇ ਜਾਂਦੇ ਹੀ ਨਹੀਂ। ਜੇ ਕਿਤੇ ਲਾਭ ਮਿਲਦਾ ਤਦੋਂ ਹੀ ਜਾਂਦੇ ਹਾਂ। ਸਾਡੀ ਆਦਤ ਜੀ ਬਣ ਗਈ ਹੈ, ਜੇ ਕਿਤੇ 2 ਪੈਸੇ ਦਾ ਫਾਇਦਾ ਹੁੰਦਾ ਉੱਥੇ ਹੀ ਜਾਂਦੇ ਹਾਂ। ਜੇ ਦੇਖੀਏ ਉੱਥੇ ਕੋਈ ਫਾਇਦਾ ਨਹੀਂ, ਫੇਰ ਨਹੀਂ ਜਾਂਦੇ ਅਸੀਂ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਜੇ ਤੁਸੀਂ ਸਾਰੇ ਜਣੇ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰੋਗੇ, ਇੰਨੀ ਵੱਡੀ ਦਾਤ ਮਿਲੇਗੀ ਜਿਹੜੀ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦੀ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਓ। ਮਹਾਰਾਜ ਕਹਿੰਦੇ ਨੇ ਕਿਉਂਕਿ ਮਿਲ ਗਾਵੋ ਗੁਣ ਅਗਮ ਅਪਾਰੇ। ਆਪਾਂ ਨੇ ਅਪਾਰ ਪਰਮੇਸ਼ਰ ਦੇ ਗੁਣਾਂ ਨੂੰ ਸਾਰਿਆਂ ਨੇ ਮਿਲ ਕੇ ਗਾਉਣਾ, ਕਿਉਂਕਿ ਗਾਉਣ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ। ਗਾਉਣ ਦੇ ਨਾਲ ਮਨ ਦਾ ਸੰਬੰਧ। ਗੁਰੂ ਨਾਨਕ ਦੇਵ ਜੀ ਨੇ ਤਾਂਹੀਓ ਕੀਰਤਨ ਦੀ ਦਾਤ ਦਿੱਤੀ ਆਪਾਂ ਨੂੰ, ਕਿਉਂਕਿ ਕੀਰਤਨ ਦੀਆਂ ਸੁਰਾਂ ਅਤੇ ਰਾਗ ਇਹ ਚੰਚਲ ਚੀਜ਼ ਹੈ। ਚੰਚਲ ਦੇ ਨਾਲ ਮਿਲ ਕੇ ਮਨ ਵੀ ਚੰਚਲ, ਚੰਚਲ ਹੀ ਮਨ ਹੈ। ਜੇ ਆਪਾਂ ਚੰਚਲ ਸੁਰਾਂ ਦੇ ਨਾਲ ਚੰਚਲ ਰਾਗਾਂ ਵਿੱਚ ਚੰਚਲ ਗੀਤ ਗਾ ਦਈਏ ਤੇ ਮਨ ਚੰਚਲ ਉੱਤੇ ਇੰਨਾ ਅਸਰ ਪੈਂਦਾ, ਇਹ ਵਿਸ਼ਿਆਂ 'ਚ ਪਾਗਲ ਹੋ ਜਾਂਦਾ। ਪਰ ਅਸੀਂ ਇਹ ਕਾਢ ਕੱਢੀ ਹੈ ਵੀ ਜੇ ਆਪਾਂ ਚੰਚਲ ਸੰਗੀਤ ਦੇ ਰਾਹੀਂ ਚੰਚਲ ਮਨ ਨੂੰ ਗੁਰਮਤਿ ਦੀ ਗੱਲ ਸੁਣਾਈਏ, ਪਰਮੇਸ਼ਰ ਦੇ ਗੁਣ ਗਾਇਨ ਕਰੀਏ, ਪ੍ਰਭੂ ਦੇ ਗੁਣ ਗਾਇਨ ਕਰੀਏ, ਇਸ ਢੰਗ ਨਾਲ ਹੀ ਮਨ ਤੱਕ ਪਹੁੰਚ ਕੇ ਆਪਾਂ ਪਰਮਾਤਮਾ ਦੇ ਗੁਣ ਸੁਣਾਈਏ ਤਾਂ ਮਨ ਦੀ ਇਕਾਗਰਤਾ ਹੋ ਸਕਦੀ ਹੈ। ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਦੋਂ ਪਿੰਡ ਬਾਰ-ਬਾਰ ਟਿੱਬਿਆਂ ਤੇ ਬਹਿ ਕੇ ਸਿਮਰਨ ਕਰਦੇ ਸੀ, ਥੋੜ੍ਹੀ ਦੂਰੀ ਤੇ ਪਰੇ ਪਿੰਡ ਦੇ ਲੜਕੇ ਰਾਤ ਨੂੰ ਵੱਡਾ ਢੋਲ ਛੈਣੇ ਲੈ ਕਰਕੇ ਖੜਤਾਲਾਂ ਵਜਾਉਂਦੇ ਅਤੇ ਉਹਨਾਂ ਨੇ ਗੰਦੇ ਗੀਤ ਗਾਉਣੇ। ਰਾਤ ਨੂੰ 2-2 ਵਜੇ ਤੱਕ ਥੱਕ ਕੇ ਭੰਗੜੇ ਭੁੰਗੜੇ ਪਾ ਕੇ ਸੌਂ ਜਾਣਾ, ਕਿਉਂਕਿ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਫਿਰ ਬਹੁਤ ਜ਼ਿਆਦਾ ਲੇਟ ਹੋਇਆ। ਉਸ ਵਕਤ ਮਹਾਂਪੁਰਸ਼ਾਂ ਨੇ ਜਦੋਂ ਦੇਖਣਾ ਕਿ ਸਾਡੀ ਸਮਾਧੀ ਟੁੱਟਦੀ ਹੈ, ਕਿਉਂਕਿ ਆਸੇ-ਪਾਸੇ ਜਦੋਂ ਆਪਾਂ ਵੈਸੇ ਵੀ ਇੱਥੇ ਕੀਰਤਨ ਕਰ ਰਹੇ ਹੁੰਦੇ ਹਾਂ, ਕਥਾ ਬਿਲਕੁਲ ਜੁੜ ਕੇ ਬੈਠੇ ਹੁੰਦੇ ਹਾਂ, ਉਹ ਭੰਗੜੇ ਵਾਲਿਆਂ ਨਿਆਣਿਆਂ ਵਾਂਗੂ ਫਿਰ ਸਾਡਾ ਮੋਬਾਈਲ ਵੱਜਦਾ। ਇਹ ਮੋਬਾਈਲ ਵਾਲੇ ਵੀ ਬਿਰਤੀ ਤੋੜਦੇ ਆ, ਬਾਹਰੋਂ ਸੁੱਚ ਆਫ ਨਹੀਂ ਕਰਕੇ ਆਉਂਦੇ। ਪਿਛਲੇ ਹਫ਼ਤੇ ਇੱਕ ਚਾਬੀ ਖੜਕਾਉਂਦਾ ਆਉਂਦਾ ਸੀ ਅੰਦਰ ਨੂੰ, ਜਾਂ ਫਿਰ ਕਈ ਇਹੋ ਜਿਹੇ ਗਹਿਣੇ ਜਿਹੜੇ ਖੜਕਾ ਕਰਦੇ ਹੋਣ। ਭਗਤੀ ਦੇ ਵਿੱਚ ਵਿਘਨ ਪਾਉਣ ਨੂੰ ਸਤਿਗੁਰੂ ਇਉਂ ਕਹਿੰਦੇ ਨੇ, ਹਰ ਜਸ ਕਰਤੇ ਬਾਤ ਚਲਾਵੈ, ਕਹਿਤ ਗੋਬਿੰਦ ਸਿੰਘ ਜੰਮਪੁਰ ਜਾਵੈ। ਜਿਹੜਾ ਕਿਤੇ ਸੰਗਤ ਬੈਠੀ ਤੋਂ ਖੱਲਰ ਜਿਹਾ ਪਾਉਣਾ, ਸੰਗਤ ਕੱਲੀ ਨਹੀਂ ਬੈਠੀ, ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨੇ ਸਾਹਮਣੇ। ਇਹ ਤਿੰਨਾਂ ਲੋਕਾਂ ਦੇ ਮਾਲਕ ਨੇ। ਸਤਿਗੁਰੂ ਨੂੰ ਇਹਨਾਂ ਖੜਕਿਆਂ ਦਾ ਕਾਫੀ ਇਤਰਾਜ਼ ਹੈ। ਮਹਾਰਾਜ ਕਹਿੰਦੇ ਜਦੋਂ ਸੰਗਤ ਟਿਕੀ ਹੁੰਦੀ ਆ ਉਦੋਂ
ਉਹਦੇ ਵਿੱਚ ਕੋਈ ਬੰਦਾ ਆਪਣਾ ਰੌਲਾ ਨਾ ਪਾਵੇ ਤਾਂ ਚੰਗੀ ਗੱਲ ਹੈ। ਆਪਾਂ ਇੱਕਦਮ ਕਦੇ ਵੀ ਨਹੀਂ ਕਿਹਾ ਕਿਸੇ ਨੂੰ ਕੁਝ। ਇੰਨਾ ਚਿਰ ਹੋ ਗਿਆ ਅੱਜ ਕਥਾ ਕਰਦਿਆਂ ਨੂੰ, ਨਵੰਬਰ ਤੋਂ ਲੈ ਕੇ ਕਥਾ ਚੱਲ ਰਹੀ, ਦਸੰਬਰ, ਜਨਵਰੀ, ਫਰਵਰੀ ਆ ਗਿਆ, ਮੌਕਾ ਬਥੇਰਾ ਦਿੱਤਾ, 4 ਮਹੀਨੇ ਸ਼ਾਇਦ ਸਮਝ ਜਾਣਗੇ। ਫਿਰ ਅੱਜ ਤਾਂ ਦੱਸਿਆ ਕਿ ਹੁਣ ਖੜਕਾ ਕੁਝ ਜ਼ਿਆਦਾ ਹੀ ਵਧਣ ਲੱਗ ਪਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਦੋਂ ਬਹੁਤ ਉਹਨਾਂ ਦੇ ਗਾਣਿਆਂ ਤੋਂ, ਢੋਲ ਢਮੱਕਿਆਂ ਤੋਂ, ਰੌਲਿਆਂ ਤੋਂ ਪਰੇਸ਼ਾਨ ਹੋ ਗਏ, ਜਾ ਕੇ ਹੱਥ ਜੋੜ ਕੇ ਕਹਿੰਦੇ ਵੀ ਗੁਰਮੁਖੋ ਗੱਲ ਇਹ ਆ, ਅਸੀਂ ਇੱਥੇ ਥੋੜੀ ਜਿਹੀ ਕੁਟੀਆ ਛੰਨ ਜੀ ਬਣਾਈ ਹੋਈ ਬਹਿ ਕੇ ਭਜਨ ਕਰਦੇ ਆ ਰਾਤ ਨੂੰ, ਤੇ ਤੁਸੀਂ ਰਾਤ ਨੂੰ ਭੰਗੜਾ, ਖੜਤਾਲਾਂ, ਢੋਲ ਢਮੱਕੇ ਕਰਦੇ ਹੋ। ਅਸੀਂ ਪ੍ਰਮਾਤਮਾ ਦੀ ਬੰਦਗੀ ਕਰਦੇ ਆ, ਸਾਡਾ ਧਿਆਨ ਟੁੱਟਦਾ ਖੜਕੇ ਨਾਲ। ਤੁਸੀਂ ਪਿੰਡ ਦੇ ਪਰਲੇ ਪਾਸੇ ਚਲੇ ਜਾਓ, ਉਧਰ ਆਪਣਾ ਕਰ ਲਓ ਜੋ ਕਰਨਾ, ਕਿਉਂਕਿ ਜਿਹੜੇ ਹੁੰਦੇ ਨਾ ਮਨ ਚਲੇ ਤੇ ਟੇਢੇ ਜੇ, ਇਹ ਅੱਗੇ ਪੁੱਠੀ ਜੀ ਗੱਲ ਕਰਨਗੇ, ਸਮਝਾਇਆ ਨਹੀਂ ਸਮਝਦੇ। ਇੱਕ ਕਹਿੰਦਾ ਬਾਬਾ ਜਾਂ ਤਾਂ ਆਪਣੇ ਨਾਲ ਲਾ ਲਾ ਜਾਂ ਸਾਡੇ ਨਾਲ ਤੂੰ ਵੀ ਰਲ ਜਾ, ਤੂੰ ਵੀ ਭੰਗੜਾ ਪਾ ਲਾ, ਤੈਨੂੰ ਕੀ ਹੁੰਦਾ, ਜਾਂ ਫਿਰ ਸਾਨੂੰ ਆਪਣੇ ਨਾਲ ਲਾ ਲਾ। ਬਾਬਾ ਜੀ ਕਹਿੰਦੇ ਚੰਗਾ, ਫਿਰ ਜੀ 'ਚ ਜ਼ੋਰ ਹੋਊ, ਖਿੱਚ ਕੇ ਲੈ ਜਾਓ, ਲਿਆਓ, ਫਿਰ ਵਜਾਓ ਢੋਲ, ਬਹਿ ਜਾਓ ਫਿਰ ਸਾਰੇ ਜਾਣੇ। ਹੁਣ ਉਸ ਵਕਤ ਚਿਮਟਾ ਵਜਾਇਆ, ਖੜਤਾਲਾਂ ਵੱਜੀਆਂ, ਢੋਲ ਵੱਜੇ। ਮਹਾਂਪੁਰਖਾਂ ਨੇ ਫਿਰ ਗੁਰਬਾਣੀ ਦੇ, ਕਿਉਂਕਿ ਉਹਨਾਂ ਨੂੰ ਤਾਂ ਬਾਣੀ ਦਾ ਪਤਾ ਹੀ ਨਹੀਂ ਸੀ ਬਾਣੀ ਹੈ ਕੀ, ਨਾ ਪਤਾ ਹੋਣ ਕਰਕੇ ਮਹਾਂਪੁਰਖਾਂ ਨੇ ਬਾਣੀ ਦਾ ਅਰਥ ਲਿਆ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਹਰਿ ਜਬ ਵਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਇਹਦਾ ਅਰਥ ਹੈ ਕਿ ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ, ਉਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ। ਹਰਿਆਂ ਨੂੰ ਉਪਦੇਸ਼ ਕਰਦਿਆਂ, ਮਾਤਾ ਗੰਗਾ ਜੀ ਦੀ ਛੋਟੀ ਭੈਣ ਸੀ ਹਰਿਆਂ, ਮਾਓ ਸਾਹਿਬ ਵਿਖੇ ਉਪਦੇਸ਼ ਕੀਤਾ, ਜਬ ਵਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਬੰਦੇ ਨੂੰ ਦਿਨੋਂ ਦਿਨ ਘਟਣਾ ਚਾਹੀਦਾ, ਉਹਦਾ ਝੋਰਾ ਹੋਣਾ ਚਾਹੀਦਾ, ਮੈਂ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ। ਇਸ ਅਰਥ ਨੂੰ ਫਿਰ ਗਾਇਆ ਢੋਲਕੀਆਂ ਛੈਣਿਆਂ ਨਾਲ, ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਕੱਟੀ ਜਾਏਂਗੀ। ਇਸ ਲਾਈਨ ਦਾ ਫਿਰ ਪ੍ਰਭਾਵ ਮਨਾਂ ਤੇ ਗਿਆ, ਕਿਉਂਕਿ ਗਾਉਣ ਵਾਲਾ ਬਹੁਤ ਤਕੜਾ ਮਹਾਂਪੁਰਸ਼ ਹੈ। ਇਸ ਪ੍ਰਕਾਰ ਦੀਆਂ ਅਨੇਕਾਂ ਪੰਕਤੀਆਂ ਦੇ ਅਰਥਾਂ ਨੂੰ ਜਦੋਂ ਗਾਇਨ ਕਰਕੇ ਮਹਾਂਪੁਰਖਾਂ ਨੇ ਸਾਰੀ ਰਾਤ ਹੀ ਦੀਵਾਨ ਲਾਈ ਰੱਖਿਆ, ਸਾਰੀ ਰਾਤ ਹੀ ਲੜਕੇ ਗਾਉਂਦੇ ਰਹੇ। ਸਵੇਰ ਨੂੰ ਸਾਰਾ ਹੀ ਬਦਲ ਗਏ। ਕਹਿੰਦੇ ਮਹਾਂਪੁਰਸ਼ੋ ਹੁਣ ਅਸੀਂ ਉਹ ਛੱਡਤਾ ਸਾਰਾ ਕੁਝ, ਹੁਣ ਤੁਹਾਡੇ ਨਾਲ ਹੀ ਅਸੀਂ ਗਾਇਆ ਕਰਾਂਗੇ। ਇਸ ਤਰ੍ਹਾਂ ਮਹਾਂਪੁਰਖਾਂ ਦਾ ਉਹ ਜਥਾ ਤਿਆਰ ਹੋ ਗਿਆ। ਫਿਰ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਗੁਰਬਾਣੀ ਦੀਆਂ ਤੁਕਾਂ ਦੇ ਅਰਥਾਂ ਨੂੰ ਗਾਇਨ ਕਰਕੇ ਸੁਣਾਉਣ ਲੱਗੇ। ਸੋ ਜਿੱਥੋਂ ਫਿਰ ਇਹ ਧਾਰਨਾ ਪ੍ਰਾਰੰਭ ਹੋਈਆਂ। ਇਹ ਉਹ ਚੀਜ਼ ਹੈ ਜਿਹੜੀ ਜੋੜਦੀ ਹੈ ਪਰਮਾਤਮਾ ਨਾਲ, ਬਾਣੀ ਦੇ ਨਾਲ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਵੀ ਨਹੀਂ ਪਤਾ ਹੁੰਦਾ। ਉਹ ਕਹਿਣਗੇ ਇਹ ਕੱਚੀ ਬਾਣੀ ਹੈ। ਕੱਚੀ ਤਾਂ ਹੋਰ ਹੁੰਦੀ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਜਿਹੜੀ ਸਤਿਗੁਰੂ ਤੋਂ ਬਿਨਾਂ ਹੋਵੇ। ਕਿਉਂਕਿ ਕਈ ਵਾਰ ਸਟੇਜ ਉੱਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਗਾਇਆ ਕਰਦੇ, ਉਹਨਾਂ ਦੀਆਂ ਕੈਸਟਾਂ ਸੁਣੋ, ਇਹ ਪੰਛੀ ਕੱਲਾ, ਇਹਦੇ ਮੰਗਰ ਸ਼ਿਕਾਰੀ ਬਹੁਤੇ, ਇਸ ਤਰ੍ਹਾਂ ਦੀਆਂ ਧਾਰਨਾ ਆਪ ਜੀ ਵੀ ਪੜ੍ਹਿਆ ਕਰਦੇ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਵੀ ਪੜ੍ਹਿਆ ਕਰਦੇ ਸੀ। ਉਹ ਧਾਰਨਾ ਜਿਹੜੀ ਆਸ਼ਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਵਾਲਾ, ਜਿਹੜੀ ਪੰਕਤੀ ਦੇ ਅਰਥਾਂ ਨੂੰ ਸਿਰਫ ਗਾ ਕੇ ਪੜ੍ਹਨਾ ਹੈ, ਉਹ ਗਲਤ ਗੱਲ ਨਹੀਂ। ਗਲਤ ਗੱਲ ਤਾਂ ਉਹ ਹੈ ਜਿਹੜਾ ਕੱਚੀ ਚੀਜ਼ ਨੂੰ ਗਾ ਕੇ ਪੜ੍ਹਨਾ। ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਜ ਆਪ ਸਵਾਰੇ, ਇਹ ਉਹਦੀ ਵਡਿਆਈ। ਇਹ ਅਸਲ ਵਿੱਚ ਕਿਸੇ ਇੱਕ ਹੋਰ ਨਕਲੀ ਗੁਰੂ ਨੇ ਗ੍ਰੰਥ ਲਿਖਿਆ, ਉਹਦੀ ਲਾਈਨਾਂ ਨੇ, ਉਹ ਗਾਉਣੀਆਂ ਗਲਤ ਹੈ। ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਗਾਉਣਾ ਜਿਹੜਾ, ਉਹਨੂੰ ਆਪਾਂ ਅਯੋਗ ਨਹੀਂ ਕਹਿ ਸਕਦੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ, ਗਾਵਤ ਸੁਣਤ ਸਭੇ ਹੀ ਮੁਕਤੇ, ਕਿਉਂਕਿ ਜਿਨ੍ਹਾਂ ਨੇ ਪਹਿਲਾਂ ਗਾਇਨ ਕੀਤਾ ਹੈ, ਬਾਣੀ ਨੂੰ ਗਾਇਆ, ਫਿਰ ਸੁਣਿਆ ਹੈ, ਫਿਰ ਉਹ ਸਤਿਗੁਰੂ ਨੇ ਕੀ ਕੀਤਾ, ਜਿਹੜੇ ਬੰਦਿਆਂ ਨੇ ਸੁਣੀ ਬਾਣੀ ਉਹ ਸਾਰੇ ਹੀ ਮੁਕਤ ਕਰ ਦਿੱਤੇ ਮਹਾਰਾਜ ਨੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਉ। ਇਸ ਲਈ ਉਸ ਹਰੀ ਨੂੰ ਧਿਆਉਣਾ ਕਰੀਏ ਜਿਹਨੇ ਸਾਨੂੰ ਪੈਦਾ ਕੀਤਾ ਹੈ। ਮਹਾਰਾਜ ਕਹਿੰਦੇ ਬਾਣੀ ਗਾਓ। ਕੱਲ ਵੀ ਉਪਦੇਸ਼ ਗਾਉਣ ਦਾ ਹੀ ਆਇਆ ਸੀ, ਪਰਸੋਂ ਵੀ ਉਪਦੇਸ਼ ਗਾਉਣ ਦਾ ਹੀ ਕੀਤਾ ਸੀ। ਕਿਉਂਕਿ ਆਪਾਂ ਜਦੋਂ ਵਾਹਿਗੁਰੂ ਮੰਤਰ ਵੀ ਪੜ੍ਹਦੇ ਹਾਂ ਤਾਂ ਗਾ ਕੇ ਪੜ੍ਹਦੇ ਹਾਂ।
मूल मंत्र भी गायन करते हैं, गुरबाणी के शब्द भी गायन करते हैं, क्योंकि गुरबाणी गाउण नाल ज़्यादा असर पैंदा मन ते। एक तो आप पंक्ति पढ़ी, आओ साजन संत मीत प्यारे, मिल गावो गुण अगमा पारे, गावत सुन सवे ही मुक्ते सो ध्याईया जिन हम कीए जियो। ये इन्नी ज़्यादा स्पीड है कि मन ने तो फड़े ही नहीं इनू, मन ने समझे ही नहीं की बोलिया। कहने की कहा, कीर्तन विच सहज है, कीर्तन सहज पंक्ति पढ़दा है। और कीर्तन विच जदों आपां बाणी दा गायन करते हैं, कीर्तन सुनते हैं, मन टिकाव विच आ जांदा। कथा उस तो भी सहज विच है। कीर्तन तो बाद कथा थिम थिम के पैण वाली बूंद। पंजवें पातशाह महाराज जिवें संगत ने पूछा सी कि आपने वचन किया कि कथा माता है, कीर्तन पुत्र है, तो फिर इन्हां दा पिता कौन है? महाराज सच्चे पातशाह कहन लगे, कीर्तन पुत्र है, कथा माता है। सो ये जिहड़ा पुत्र कीर्तन है, इहदा पिता है प्रेम। कथा जो माता है, इहदा पति है प्रेम। जिन्हां ने प्रेम कीता, प्रेम नाल कीर्तन सुनिया, जिन्हां ने प्रेम नाल कथा सुनी है, उन्हां दे उत्ते ही चंगा प्रभाव पैंदा। इस करके सतगुरु महाराज कहते ने, क्योंकि जदों कीर्तन जिहड़ा है, इहनूं प्रमाण दिता गुरु अर्जन देव जी ने कि मोहले धार बरखा है। जिवें पिंडां दीयां गलियां दे विच जां शहर दीयां गलियां विच बहुत तेज बरसात हुंदी, जदों पानी भर जांदा, सब कुछ रुड़ जांदा। तेज बरसात जदों पैंदी आ, पर खेतां दे विच जिहड़े बहुत उच्चे उच्चे मिट्टी दे ढेर जे टिब्बे कहंदे जिन्हां नूं, उन्हां दे उत्तों भी पानी मींह पै पै के थੱਲੇ ਨੂੰ रुड़ जांदा। टिब्बे दे विच जे 1 फुट डूंगा पट लो, मिट्टी सुक्की निकल आउंदी है, क्योंकि पानी तो उत्तों उत्ते निकल गया, ਉਹਦੇ ਵਿੱਚ समाया नहीं पानी। महाराज कहते जिहड़ी फिर कथा है, ਇਹ ਉਹ बरसात है जिहड़ी थिम थिम के छोटी छोटी कणी पैंदी, ਜਿਹਨੂੰ ਕਹਿੰਦੇ ਝੜ ਲੱਗ ਗਈ। 3 दिन 4 दिन ਨਿੱਕੀ ਕਣੀ ਦਾ ਮੀਂਹ ਪੈਂਦਾ ਹੀ ਰਿਹਾ। ਉਹ ਟਿੱਬੇ ਦੇ ਵਿੱਚ ਜਾ ਕੇ ਜਜ਼ਬ ਹੋ ਜਾਂਦਾ, ਥੱਲੇ ਤੱਕ ਪਾਣੀ ਚਲਿਆ ਜਾਂਦਾ। ਕਥਾ ਇਸ ਕਰਕੇ ਥਿਮ ਥਿਮ ਕਰਕੇ ਪੈਣ ਵਾਲੀ ਇੱਕ ਬਰਸਾਤ ਹੁੰਦੀ, ਜਿਹੜੀ ਜਿੱਥੇ ਨਹੀਂ ਵੀ ਪਤਾ ਲੱਗਿਆ ਕੁਛ, ਉਸ ਮਨ ਦੇ ਉੱਤੇ ਵੀ ਕਥਾ ਦਾ ਅਸਰ ਹੁੰਦਾ। ਜਦੋਂ ਸਤਿਗੁਰੂ ਕਹਿੰਦੇ ਗਾਓ ਭਾਈ, ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੋ ਗੁਣ ਅਗਮ ਅਪਾਰੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਿਹਾ ਕਰਦੇ ਸੀ ਕਿ ਜਦੋਂ ਗੁਰੂ ਸਾਹਿਬ ਦੀ ਪੰਕਤੀ ਪੜ੍ਹਦਿਆਂ ਉਦੋਂ ਹੁਕਮ ਹੋ ਗਿਆ, ਮਿਲ ਗਾਵੋ ਗੁਣ ਅਗਮ ਅਪਾਰੇ। ਕਹਿੰਦੇ ਉਦੋਂ ਬਚਨ ਮੰਨ ਲੈਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਗਾਓ ਭਾਈ। ਜੇ ਸਤਿਗੁਰੂ ਕਹਿੰਦੇ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਉਹ ਵੀ ਭਾਈ ਫਿਰ ਸਿਮਰਨ ਕਰਨਾ ਚਾਹੀਦਾ। ਇਹ ਨਹੀਂ ਕਿ ਪੰਕਤੀ ਪੜ੍ਹਨ ਦੇ ਨਾਲ, ਗੁਰੂ ਸਾਹਿਬ ਨੇ ਕਿਹਾ ਤੂੰ ਪੰਕਤੀ ਇੱਕ ਵਾਰ ਪੜ੍ਹ ਲਈ ਤੈਨੂੰ ਸੁੱਖ ਮਿਲ ਜਾਏਗਾ। ਪੰਕਤੀ ਦੇ ਪੜ੍ਹਨ ਨਾਲ ਸੁੱਖ ਨਹੀਂ ਮਿਲਣਾ ਸੁੱਖ ਪੰਕਤੀ ਨੂੰ ਕਮਾਉਣ ਦੇ ਨਾਲ ਹੈ। ਪੰਕਤੀ ਨੇ ਕਿਹਾ ਕਿ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪੰਕਤੀ ਉੱਤੇ ਅਮਲ ਵੀ ਹੋਣਾ ਚਾਹੀਦਾ, ਪੜ੍ਹਨਾ ਵੀ ਚਾਹੀਦਾ। ਇਸ ਕਰਕੇ ਸਤਿਗੁਰੂ ਕਹਿੰਦੇ ਮਿਲ ਕੇ ਗਾਈਏ। ਆਪਾਂ ਇਹਨੂੰ ਪ੍ਰੈਕਟੀਕਲ ਵਜੋਂ 2 ਪੰਕਤੀਆਂ ਨੂੰ ਗਾ ਕੇ ਸਾਰੀ ਸੰਗਤ ਪੜ੍ਹ ਸਕਦੇ ਹਾਂ। ਆਓ ਸਾਜਨ ਸੰਤ ਮੀਤ ਪਿਆਰੇ, ਆਓ ਸਾਜਨ ਸੰਤ ਮੀਤ ਪਿਆਰੇ, ਆਓ ਸਾਜਨ ਸੰਤ ਮੀਤ ਪਿਆਰੇ, ਆਓ ਸਾਜਨ ਮਿਲ ਗਾਵੋ ਗੁਣ ਅਗਮ ਅਪਾਰੇ, ਮਿਲ ਗਾਵੋ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਗਾਵਤ ਸੁਣਤ ਸਭੇ ਹੀ ਮੁਕਤੇ। ਸੋ ਧਿਆਈਐ ਜਿਨ ਹਮ ਕੀਏ ਜੀਓ, ਸੋ ਧਿਆਈਐ ਜਿਨ ਹਮ ਕੀਏ ਜੀਓ। ਸੋ ਮਹਾਰਾਜ ਨੇ ਗਾਉਣ ਉੱਤੇ ਜ਼ੋਰ ਦਿੱਤਾ। ਸੋਦਰ ਦੇ ਵਿੱਚ ਸਤਿਗੁਰੂ ਦੇਖੋ ਕਹਿੰਦੇ ਗਾਵੈ ਤੁਹਨੂੰ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗੁਰਬਾਣੀ ਅੰਦਰ ਇਹ ਚੀਜ਼ਾਂ ਦੀ ਵਿਚਾਰ ਕਰਨੀ ਹੈ। ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਇਨ ਕਰਨਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਤੀਜੇ ਪਾਤਸ਼ਾਹ ਦੀ ਕਥਾ ਵਿੱਚ, ਜਦੋਂ ਆਨੰਦ ਸਾਹਿਬ ਦੀ ਬਾਣੀ 40 ਪੌੜੀਆਂ ਗੁਰਾਂ ਨੇ ਰਚੀ, ਉਸ ਵਕਤ ਬਾਬਾ ਮੋਹਰੀ ਜੀ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਬੁਲਾ ਕੇ, ਭਾਈ ਬੱਲੂ ਸੇਵਾਦਾਰ ਸੀ ਉਹਨੂੰ ਬੁਲਾ ਕੇ, ਬਾਬਾ ਬੁੱਢਾ ਜੀ ਨੂੰ ਬੁਲਾ ਕੇ
ਸਾਰੀ ਸੰਗਤ ਨੂੰ ਬੁਲਾ ਕੇ ਕਿਹਾ ਵੀ ਉੱਤੇ ਛੱਤ ਤੇ ਚੜ੍ਹ ਕੇ ਸਾਰੀ ਸੰਗਤ ਢੋਲਕੀਆਂ ਛੈਣੇ ਨਾਲ ਲੈ ਜਾਓ, ਖੜਤਾਲਾਂ ਲੈ ਜਾਓ, ਸਾਰਾ ਆਨੰਦ ਸਾਹਿਬ ਉੱਚੀ ਉੱਚੀ ਗਾ ਕੇ ਪੜ੍ਹ ਕੇ ਆਓ। ਇਹ ਇਤਿਹਾਸ ਵਿੱਚ ਜ਼ਿਕਰ ਆਇਆ। ਆਨੰਦ ਸਾਹਿਬ ਦੀ ਬਾਣੀ ਜੇ ਆਪਾਂ 6 ਪੌੜੀਆਂ ਗਾਇਨ ਕਰ ਸਕਦੇ ਹਾਂ ਸਾਰੇ ਜਾਣੇ ਮਿਲ ਕੇ, ਸਾਰੀ ਸੰਗਤ, ਤਾਂ 40 ਪੌੜੀਆਂ ਵੀ ਗਾਇਨ ਕਰ ਸਕਦੇ ਹਾਂ। ਜੇ ਆਨੰਦ ਲੈਣਾ ਹੋਵੇ, ਜੋ ਕੋਈ ਪ੍ਰਾਪਤੀ ਕਰਨੀ ਹੋਵੇ, ਜੇ ਮਨ ਵਿੱਚ ਕਾਹਲ ਨਾਲ ਲੈ ਕੇ ਆਏ ਆ ਫੇਰ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ। ਕਾਹਲ ਨੂੰ ਛੱਡ ਕੇ ਸਤਿਗੁਰੂ ਮਹਾਰਾਜ ਕਹਿੰਦੇ ਗਾਉਂਦੇ ਸੁਣਦੇ ਸਾਰੇ ਹੀ ਮੁਕਤ ਹੋ ਜਾਂਦੇ ਨੇ। ਜਿਵੇਂ ਬਾਬਾ ਦੀਪ ਸਿੰਘ ਜੀ, ਸੋ ਪਿੱਛੋਂ ਚਲੀ ਆਈ ਮਰਿਆਦਾ ਮੁਤਾਬਕ ਮਹਾਂਪੁਰਖਾਂ ਨੇ ਜੋ ਦੱਸਿਆ, 110 ਪਾਠ ਰੋਜ਼ ਕਰਦੇ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਨਿਤਨੇਮ ਸੀ ਰੋਜ਼ ਦਾ। ਉਹ ਬਾਣੀ ਨੂੰ ਗਾਉਂਦੇ ਸੁਣਦੇ ਤੇ ਜੀਵਨ ਮੁਕਤ ਮਹਾਂਪੁਰਖ, ਜੀਵਨ ਮੁਕਤ ਉਹ ਹੁੰਦੇ ਨੇ ਜਿਹੜੇ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਨਾਮਦੇਵ ਭਗਤ ਜੀ ਨੇ ਕਿਹਾ ਪਰਮੇਸ਼ਰ ਨੂੰ ਮੁਕਤੀ ਕਦੋਂ ਦਿਓਗੇ? ਕਹਿੰਦੇ ਮਰਨ ਤੋਂ ਬਾਅਦ। ਭਗਤ ਨਾਮਦੇਵ ਜੀ ਕਹਿਣ ਲੱਗੇ ਮੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੈ ਕੋਇਲਾ। ਕਹਿੰਦੇ ਨਾ ਮਰ ਕੇ ਮੁਕਤੀ ਨਹੀਂ ਲੈਣੀ ਮੈਂ, ਦੁਨੀਆ ਨੂੰ ਕੀ ਪਤਾ ਲੱਗੂ ਕਿ ਨਾਮਦੇਵ ਮੁਕਤ ਹੋ ਗਿਆ, ਮੈਨੂੰ ਤਾਂ ਜਿਉਂਦੇ ਨੂੰ ਮੁਕਤ ਕਰੋ। ਇਹ ਜਿਹੜੀ ਜੀਵਨ ਮੁਕਤ ਹੈ ਨਾ ਬਾਣੀ ਆਨੰਦ ਸਾਹਿਬ, ਜੀਵਨ ਮੁਕਤੀ ਹੀ ਦਿੰਦੀ, ਜਿਉਂਦੇ ਹੀ ਮੁਕਤ ਕਰ ਦਿੰਦੀ ਹੈ। ਬੜੀ ਵੱਡੀ ਦਾਤ ਤਾਂ ਮਿਲੀ ਹੈ, ਪਰ ਸੱਚ ਕਹੋ ਵੀ ਯਕੀਨ ਨਹੀਂ ਆਉਂਦਾ ਆਪਾਂ ਨੂੰ ਵੀ ਜਿੰਨੀਆਂ ਚੀਜ਼ਾਂ ਮਹਾਰਾਜ ਨੇ ਦਿੱਤੀਆਂ ਨਾ ਆਪਾਂ ਨੂੰ, ਉਹ ਹੈ ਹੀ ਇੰਨੀਆਂ ਜ਼ਿਆਦਾ ਅਮੋਲਕ, ਉਹਨਾਂ ਤੇ ਵਿਸ਼ਵਾਸ ਹੀ ਨਹੀਂ ਆਉਂਦਾ ਵੀ ਇੰਨੀਆਂ ਅਮੋਲਕ ਦਾਤਾਂ ਹੋ ਵੀ ਸਕਦੀਆਂ ਕਿਸੇ ਕੋਲੇ। ਸੋ ਆਨੰਦ ਸਾਹਿਬ ਦਾ ਪਾਠ ਇਸੇ ਕਰਕੇ ਮਹਾਰਾਜ ਨੇ ਕਿਹਾ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ ਨਿਤਨੇਮ ਕਰਨਾ ਹੈ। ਇਹਦੇ ਨਾਲ ਬਖਸ਼ਿਸ਼ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਸਾਡਾ ਵਿਰੋਧੀ ਤੱਤ ਪਰੇ ਬੈਠ ਕੇ ਦੇਖਦਾ, ਅਹਿਮਦ ਸ਼ਾਹ ਦੁਰਾਨੀ ਨੇ ਦੇਖਿਆ ਸਿੱਖਾਂ ਨੂੰ ਤਾਕਤ ਕਿੱਥੋਂ ਮਿਲਦੀ। ਕਹਿੰਦੇ ਇਹਨਾਂ ਨੂੰ ਤਾਕਤ ਮਿਲਦੀ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਕੇ ਜਲ ਸਕਦੇ, ਅੰਦਰ ਬਹਿ ਕੇ ਇਬਾਦਤ ਕਰਦੇ, ਮੱਥਾ ਟੇਕਦੇ, ਤੇ ਇੱਕ ਇਹਨੇ ਅੰਮ੍ਰਿਤ ਛਕਦੇ ਖੰਡੇ ਬਾਟੇ ਦਾ। ਕਹਿੰਦਾ ਪਹਿਲਾਂ ਮੈਂ ਹਰਿਮੰਦਰ ਸਾਹਿਬ ਨੂੰ ਹੀ ਢਾਹਾਂ, ਉਹ ਤਾਂ ਸਾਡਾ ਤਕੜਾ ਦੁਸ਼ਮਣ ਸੀ ਨਾ, ਬਰਾਬਰ ਦੀ ਟੱਕਰ ਲੈ ਕੇ ਆਇਆ। ਉਹਨੇ ਆ ਕੇ ਹਰਿਮੰਦਰ ਸਾਹਿਬ ਨੂੰ ਉਡਾ ਹੀ ਦਿੱਤਾ ਤੋਪਾਂ ਦੇ ਨਾਲ, ਭਾਵੇਂ ਆਪ ਵੀ ਉੱਡ ਗਿਆ। ਫਿਰ ਉਹਨੇ ਹਰਿਮੰਦਰ ਸਾਹਿਬ ਦੇ ਵਿੱਚ ਮਿੱਟੀ ਭਰ ਕੇ ਸਰੋਵਰ ਵਿੱਚ ਉੱਤੇ ਕਣਕ ਬਿਜਵਾ ਦਿੱਤੀ। ਨਾ ਕਹਿੰਦੇ ਗੱਲ ਰਹੇ ਤੇ ਨਾ ਸਿੱਖਾਂ 'ਚ ਤਾਕਤ ਆਵੇ। ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਹੀ ਬੰਦ ਕਰ ਦਿੱਤਾ। ਚਾਰੇ ਪਾਸੇ ਬੈਨ ਲੱਗ ਗਿਆ, ਜਿੱਥੇ ਕੋਈ ਅੰਮ੍ਰਿਤ ਦੀ ਗੱਲ ਹੁੰਦੀ ਹੈ ਉੱਥੇ ਇਹਨਾਂ ਨੂੰ ਦੱਬ ਲਓ। ਉਹ ਸੀ ਇੱਕ ਮੋਟੇ ਦਿਮਾਗ ਦਾ ਦੁਸ਼ਮਣ। ਇੱਕ ਫਿਰ ਇਹੋ ਜਿਹੇ ਦੁਸ਼ਮਣ ਆ ਗਏ ਜਿਹੜੇ ਬਹੁਤ ਸੈਂਸਿਟਿਵ ਨੇ, ਬੜੇ ਸਿਆਣੇ ਆ, ਉਹ ਖੋਜ ਕਰਦੇ ਵੀ, ਕਹਿੰਦੇ ਇਹਨਾਂ ਦੀਆਂ ਬਾਣੀਆਂ 'ਚ ਹੀ ਫਰਕ ਪਾ ਦਿਓ, ਕੰਮ ਹੀ ਮੁਕਾਓ, ਨਾ ਤਾਂ ਅਸੀਂ ਦੁਸ਼ਮਣ ਲੱਗਾਂਗੇ, ਨਾਲੇ ਇਹਨਾਂ ਦੇ ਬੰਦਿਆਂ ਕੋਲੋਂ ਹੀ ਕਰਵਾ ਦਿੰਦੇ ਹਾਂ ਆਪਾਂ। ਬੰਦੇ ਖਰੀਦ ਕੇ ਉਹਨਾਂ ਕੋਲੋਂ ਬਾਣੀਆਂ 'ਚ ਹੀ ਫਰਕ ਪਵਾਤਾ ਬਹੁਤ ਸਾਰਾ। ਜਦ ਬਾਟੇ ਤੇ ਅੰਮ੍ਰਿਤ ਤਿਆਰ ਕਰਦੇ ਉਦੋਂ 5 ਬਾਣੀਆਂ, ਕਿ ਨਿਤਨੇਮ 'ਚ ਪੜੋ 3 ਬਾਣੀਆਂ। ਇਹ ਤਾਂ ਕਮਲੇ ਤੋਂ ਕਮਲੇ ਬੰਦੇ ਨੂੰ ਵੀ ਪਤਾ ਵੀ 5 ਬਾਣੀਆਂ ਬਾਟੇ ਵੇਲੇ ਤੇ 3 ਵੇਲੇ 3 ਬਾਣੀਆਂ ਸਵੇਰੇ ਪੜ੍ਹਨ ਦਾ ਫਿਰ ਲਾਭ। ਇੱਕ ਬੰਦਾ ਆਪ ਮੰਜੇ ਤੋਂ ਉੱਠ ਨਹੀਂ ਸਕਦਾ, ਅੰਮ੍ਰਿਤ ਵੇਲੇ ਨਹਾ ਨਹੀਂ ਸਕਦਾ, ਪਹਿਲਾਂ ਉੱਠ ਕੇ ਚਾਹ ਪੀਂਦਾ, 10 ਵਜੇ ਜਾ ਕੇ ਨਹਾਉਂਦਾ, ਫਿਰ ਕੰਮ ਦੀ ਕਾਹਲੀ ਹੁੰਦੀ ਹੈ, ਉਹ ਕਹਿੰਦਾ ਚੱਲ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਲੈਂਦੇ। ਉਹ ਦੁਨੀਆ ਨੂੰ ਫਿਰ ਕਿਵੇਂ ਕਹਿ ਸਕਦਾ ਵੀ 5 ਬਾਣੀਆਂ ਪੜ੍ਹਿਓ? ਫਿਰ ਉਹ ਆਪਦਾ ਪ੍ਰਚਾਰ ਦੁਨੀਆ ਦੇ ਅੰਦਰ ਕਰਦਾ ਕਿ ਤੁਸੀਂ ਕੋਈ ਗੱਲ ਨਹੀਂ, ਸਵੇਰੇ ਉੱਠਣ ਦੀ ਕੋਈ ਅੰਮ੍ਰਿਤ ਵੇਲਾ ਕਿੱਥੇ ਲਿਖਿਆ ਹੈ? ਬਾਣੀ ਲਿਖਿਆ ਹੀ ਨਹੀਂ। ਤੇ ਜਿਹੜਾ ਆਪਣੇ ਵਰਗੇ ਸਿੱਖ ਨੇ ਨਾ ਮੂਹਰੋਂ, ਉਹਨੇ ਆਪ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਠ ਕੀਤਾ ਹੁੰਦਾ, ਉਹ ਕਹਿੰਦਾ ਇਹ ਠੀਕ ਹੀ ਕਹਿੰਦਾ ਹੋਣਾ, ਬਾਣੀ 'ਚ ਕਿਤੇ ਲਿਖਿਆ ਨਹੀਂ ਹੋਇਆ। ਜਦ ਕਿ 100 ਪੰਗਤੀ ਬਾਣੀ 'ਚ ਹੈ ਗਿਣਵੀਂ, ਪ੍ਰਭਾਤੇ ਉਠ ਨਾਮ ਜਪ, ਸੋ ਭਲਕੇ ਉਠ ਨਾਮ ਜਪ, ਅੰਮ੍ਰਿਤ ਵੇਲੇ ਇਸ਼ਨਾਨ ਕਰ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਅੰਮ੍ਰਿਤ ਵੇਲਾ, ਸੱਚ ਨਾਮ ਵਡਿਆਈ ਵਿਚਾਰ, ਝਾਲਾਂਗੇ ਉਠ ਨਾਮ ਜਪ, ਨਿਸਵਾਸਰ ਆਰਾਧ। ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡੜਾ ਝਾਲ ਝਲੁੰਬੜਾ ਨਾਵੜਾ ਲਈਆ, ਕਿਸ ਝਾਲ ਝਲੁੰਬੜਾ ਹੁੰਦਾ ਤੜਕੇ ਤੜਕੇ ਨੇਰੇ ਨੇਰੇ, ਤੇ ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਉਹਨਾਂ ਨੂੰ ਹੁੰਦੀ ਵੀ ਅੰਮ੍ਰਿਤ ਵੇਲੇ ਹੀ ਬਹੁਤਿਆਂ ਨੂੰ। ਸੋ ਇਸ ਕਰਕੇ ਇਹ ਤਾਂ ਨਹੀਂ ਪਤਾ ਵੀ ਕਿਸੇ ਨੂੰ ਕੀ ਫਾਇਦਾ ਹੁੰਦਾ, ਪਰ ਇੰਨਾ ਕੁ ਜ਼ਰੂਰ ਫਾਇਦਾ ਅਗਲੇ ਨੂੰ ਵੀ ਇਹਨਾਂ ਦੇ ਅੰਦਰੋਂ ਪਾਵਰ ਨਾ ਆ ਜੇ ਕਿਤੇ। ਔਰ ਅਰਬਾਂ ਰੁਪਏ ਖਰਚ ਕੇ ਮੂਲ ਮੰਤਰ ਦੇ ਵਿਰੋਧੀ ਇੰਨੀਆਂ ਪੁਸਤਕਾਂ ਛਾਪ ਦਿੱਤੀਆਂ ਨੇ, ਇੰਨੇ ਵਿਦਵਾਨਾਂ ਨੂੰ ਖੜੇ ਕਰ ਦਿੱਤਾ
कि खुद असीं आप भी कई बार भुलेखा जा खाण लग जाते हैं भी किते गल सच्ची ना होवे। अखीर जाके फिर ब्रह्म ज्ञान च रत्ते हुए महापुरखों को पुछना पिया भी सानू आ गल दी बड़ी प्रॉब्लम आ रही, हुण तुसीं ये गल पता करके दसो महाराज तो। तां जाके गुरु नानक साहब तो उन्होंने बेनती करके पुछया, फिर जाके पता लग्या सानू। फिर गुरु नानक साहब ने दस्या एका काहदे लई लाया, जे गुरप्रसाद तक ही पढ़ना तो गाह नाल शब्द पढ़ो फिर उत्थे उहदे च एका आऊ तां बंद होऊ। इस करके इन्हां ही चीज़ां जिहड़ियां ने सारियां नूं जदों चंगियां भलियां ते असर पै गया साडे वर्गियां ते फिर तुसीं तां खड़े ही कित्थे हो। ब्रह्म ज्ञानी महापुरुषां दो जाके किते सानूं टिकाऊ प्राप्त होया भी ठीक है गल। इस करके सतगुरु महाराज कहंदे गुरबाणी दे अंदर है तां बहुत कुछ, एक अपने अणजाणपुणे करके गल खराब हुंदी है। तां गल बड़ी मामूली जी, एक एवें मैनूं उदाहरण जी कोई याद आई, तुसीं गल समझण दी हो जांदी जरा वधिया। किसी बंदे ने कलकत्ते ट्रक ले लिया, उन्हें ड्राइवर रख लिया, ट्रक वो नाल आप जांदा हुंदा सी। 2-3 महीनों बाद ड्राइवर कहना जंगल जे जा चला गया, जदा शाम नूं जाने राह जंगल आउंदा, कहना मेरी तनख्वाह वधा। कहना तनख्वाह उत्थे जाके गल करनी, कहना हुणे वधा, मैं तां चलिया नहीं। 500 रुपया तनख्वाह वधा ली। उन्होंने पता जे इत्थे जंगल च ट्रक छड्ड गया, डाकुआं ने लुट के लै जाना, मेरा कल्याण हो जाना इत्थे। उस वक्त वो बंदे ने की कीता, आके गल दसी आपदे नाल दे ट्रांसपोर्टर नूं। वो कहंदे मार तू पता कित्थों खाधी, ट्रक तां खरीद लिया, आप सिੱਖਿਆ नहीं, ते ड्राइवर फिर मारदा दबके तैनूं। हुण ਉਹਨੇ ਕੀ ਕੀਤਾ, ड्राइवर ਨੂੰ ਭੇਜ देना ਤੇ ਆਪ 2 ਮਹੀਨੇ ਲਾ ਕੇ ਪਹਿਲਾਂ ट्रक ही ਸਿੱਖਿਆ। जद वो फिर साल के बाद कहन लग्या जंगल च खड़ा के, कहना नहीं मैं चलिया, मेरी तनख्वाह वधा। वो कहना हुणे मार छाल थल्ले, कहना उतरदा लग इत्थों हुणे, मैनूं आउंदी गड्डी चलाउणी। जद ਉਹਨੂੰ ਗੱਡੀ ਚਲਾਉਣੀ ਆਉਂਦੀ ਸੀ ਤਾਂ ड्राइवर डर गया। ਉਹ कहना चलो जी कोई नहीं, फिर आपे ही कर दिओ। कहना हुण ਬਣਿਆ कि नहीं बंदा। इस करके जब थानू तो कुछ आउंदा नहीं, तुसीं तां कहंदे साडे कोल टाइम नहीं, बिजी आ, तुसीं तां कदे सैंचियां दे दर्शन भी नहीं कीते, सहज पाठ नहीं कीता, कदे अर्थ नहीं देखे गुरबाणी दे, कदे इतिहास तक तां फरोलिया नहीं। ते जिहड़ा बंदा आके तुहानूं जो कह जांदा तुसीं ओही मंन के जकारे छड्ड दिंदे हो। जे बंदा आप सॉलिड होवे तां फिर उहनूं डलाउण वाला कौन है? कोई भी नहीं। जिहड़ा कोई फिर आके इधरली उधरली गल करूगा, फिर आपां भी मूहरे जवाब देवांगे भी सानूं भी पता। फिर जिहड़ा कच्चे पैरां वाला बंदा थोड़े मूहरे खड़ नहीं सकदा। इस करके अपने आप नूं हुण कौम नूं आप पक्का करना पैना। सारियां गल्लां तुहानूं आप सिੱਖਣੀਆਂ पैणीਆਂ, पढ़नियां पैणीਆਂ, ताकि माड़ा मोटा बंदा आपां नूं एवें ही आके ना भजा दिया करे उही बिना ही गल तो। जन्म जन्म के किल बिख जावै, मन चिंदे सेई फल पावै। महाराज कहने देखो भाई तुहानूं कहा कि आओ भाई गाओ, गाओ भाई सुनो, सुनो भाई ध्याओ। हुण तक 4 चीज़ां दसियां ने। सो ध्याई है जिन हम कीए जियो। सतगुरु कहने उहनूं दिल दी भावना नाल अंदरों ध्याउणा ते जन्म जन्म के किल विख जावै। जन्मां जन्मांतरां दे किल विख किवें जाणगे? कहने नाम दे प्रताप करके जन्मां जन्मां दे सारे पाप निवृत्त हो जांदे ने। मन चिंदे सेई फल पावै। जो नाम जपदे ने वो मन इच्छित सारे ही फल प्राप्त कर लैंदे ने। इस करके सतगुरु उन्हां ते बख्शिश करदे हन। महाराज दी किरपा हुंदी है। सिमर साहिब सो सच सुआमी, रिजक सब सकौ दीए जियो। वो सच्चे स्वामी नूं सिमरना करो बई, ਉਹਦਾ सिमरन करो। ਉਹ मालक जी ने सानू सारिਆਂ ਨੂੰ ਖਾਣ ਪੀਣ ਨੂੰ ਸਭ ਕੁਝ ਦਿੱਤਾ, ਰਿਜ਼ਕ ਦਿੱਤਾ, ਰੋਟੀ ਭੇਜੀ ਸਾਰਿਆਂ ਵਾਸਤੇ। ਰੋਟੀ ਦੇਵੇ ਵਾਹਿਗੁਰੂ, ਸਰੀਰ ਦੇਵੇ ਵਾਹਿਗੁਰੂ, ਆਤਮਾ ਅੰਦਰ ਵਾਹਿਗੁਰੂ ਦੀ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤੇਰੀ, ਜੋਤ ਉਹਦੀ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਜੋਤ ਉਹਦੀ ਹੈ। ਧਰਤੀ ਵਾਹਿਗੁਰੂ ਦੀ ਹੈ ਜਿੱਤੇ ਰਹਿੰਦੇ ਆ, ਅਸਮਾਨ ਵਾਹਿਗੁਰੂ ਦਾ, ਤਾਰੇ ਵਾਹਿਗੁਰੂ ਦੇ। ਕਿਹੜੀ ਚੀਜ਼ ਨਹੀਂ ਵਾਹਿਗੁਰੂ ਦੀ? ਬਣਾਇਆ ਸਭ ਕੁਝ ਵਾਹਿਗੁਰੂ ਨੇ। ਬਾਣੀ ਹੈ ਧੁਰ ਕੀ ਤੇ ਮੰਨਦੇ ਆ ਆਪਾਂ ਕਿਸੇ ਨੂੰ ਹੋਰ। ਇਹ ਕਿਉਂ? ਜਿਸ परमात्मा ने ਬਣਾਇਆ ਸਾਰਾ ਕੁਝ, ਉਸ परमात्मा ਨੂੰ ਕਿਉਂ ਨਹੀਂ ਮੰਨਦੇ ਆਪਾਂ? ਸਤਿਗੁਰੂ ਮਹਾਰਾਜ ਇਹ ਉਪਦੇਸ਼ ਕਰਦੇ ਨੇ, ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜ਼ਕ ਸਭ ਸਕੋ ਦੀਏ ਜੀਓ। ਜਿਹਨੇ ਸਾਰਿਆਂ ਨੂੰ ਆਪਾਂ ਨੂੰ ਖਾਣ ਪੀਣ ਨੂੰ ਰਿਜ਼ਕ ਦਿੱਤਾ, ਸਭ ਕੁਝ ਬਖਸ਼ਿਸ਼ ਕੀਤੀ ਹੈ। नाम जपत सर्ब सुख पाईऐ। भाई नाम जपण दे नाल सारे ही आत्मक सुख, बाहरला सरीरक सुख, हरेक थां सुख, इच्छा पूर्वक सर्व सुख दाता हर।
जा कै बस है काम धेना, सो ऐसा हर ध्याईऐ मेरे जीड़े, तां सर्ब सुख पावै मेरे मना। नाम जपत सर्ब सुख पाईऐ, सब भौ बिनसै हर हर ध्याईऐ। महाराज कहने वाहिगुरु वाहिगुरु ध्याई जाओ, सारे तरह के डर ही मिट जाते ने। क्योंकि जदे अपने कोल है वाहिगुरु, उसे ने आपां नूं मारना, उसे ने रखना, उन्हें ही रोजी रोटी देनी आ, वाहिगुरु ने सब कुछ करना अपना, तो फिर डरना की तो हुण। महाराज कहने किसी तो भी कोई डर नहीं, क्योंकि जिन्हें सिमरन करना उन्होंने कोई डर ही नहीं। जिहदा मन परमात्मा नाल जुड़ गया, जिहदे हिरदे च नाम है, जिहदी जबान ते नाम है, ਉਹਦੇ ਕੋਲ ਤਾਂ ਆਪ ਡਰਦੇ ਨੇ ਸਾਰੇ ਜਣੇ। ਹੁਣ ਸਾਰੀਆਂ ਸ਼ਕਤੀਆਂ ਉਹਦੇ ਕੋਲੋਂ ਡਰਦੀਆਂ ਨੇ, ਕਿਉਂਕਿ ਪ੍ਰਮਾਤਮਾ ਉਹਦਾ ਰਾਖਾ ਹੈ, ਵਾਹਿਗੁਰੂ ਉਹਦਾ ਰੱਖਿਅਕ ਬਣਦਾ। ਜਿਨ ਸੇਵਿਆ ਸੋ ਪਾਰ ਗਿਰਾਮੀ, ਕਾਰਜ ਸਗਲੇ ਥੀਏ ਜੀਓ। ਜਿਹਨੇ ਨਾਮ ਨੂੰ ਸੇਵਿਆ ਤੋਂ ਭਾਵ ਜਪਿਆ ਨਾ, ਹੱਥਾਂ ਨਾਲ ਵੀ ਸੇਵਾ ਕੀਤੀ ਹੈ, ਮੂੰਹ ਨਾਲ ਬੋਲ ਕੇ ਵਾਹਿਗੁਰੂ ਸੇਵਾ ਕੀਤੀ ਹੈ, ਹਿਰਦੇ ਵਿੱਚ ਵੀ ਜਪ ਕੇ ਸੇਵਾ ਕੀਤੀ ਹੈ, ਦਸਵੰਧ ਕੱਢ ਕੇ ਵੀ ਸੇਵਾ ਕੀਤੀ ਹੈ। ਸਤਿਗੁਰੂ ਕਹਿੰਦੇ ਨੇ ਉਹ ਸੰਸਾਰ ਸਾਗਰ ਤੋਂ ਤਰ ਗਿਆ, ਪਾਰ ਗਿਰਾਮੀ, ਸੰਸਾਰ ਗ੍ਰਾਮ ਤੋਂ ਪਾਰ ਹੋ ਗਿਆ। ਉਹ ਜੀਵ ਦੇ ਸਾਰੇ ਹੀ ਕੰਮ ਪੂਰੇ ਹੋ ਗਏ, ਕਾਰਜ ਸਗਲੇ ਥੀਏ ਜੀਓ, ਸਾਰੇ ਹੀ ਕੰਮ ਬਣ ਗਏ ਉਹਦੇ। ਸੱਚਾਈ ਜਿਹੜੀ ਆ ਨਾ, ਇਹ ਤਾਂ ਸੁਣਾ ਦੇਈ ਦੀ ਸੱਚਾਈ ਦੀ ਗੱਲ ਵੀ ਇਹ ਜੋ ਕੁਛ ਤੁਹਾਨੂੰ ਦੱਸਦੇ ਬਿਲਕੁਲ ਸੱਚ ਹੈ। ਜਿੱਥੋਂ ਮਰਜ਼ੀ ਜਾ ਕੇ ਪਤਾ ਕਰ ਲਓ, ਪੂਰਨ ਪੁਰਖਾਂ ਤੋਂ ਸਾਰੀ ਗੱਲ ਸੱਚੀ ਹੁੰਦੀ। ਪਰ ਸਾਡੇ ਉੱਤੇ ਇੱਕ ਚੀਜ਼ ਹੁੰਦੀ, ਕੋਰੇ ਕਾਗਜ਼ ਉੱਤੇ ਜਿਹੜੀ ਚੀਜ਼ ਪਹਿਲਾਂ ਲਿਖ ਦਿੱਤੀ ਜਾਵੇ ਉਹਨੂੰ ਮੇਟਣਾ ਬਹੁਤ ਔਖਾ ਹੁੰਦਾ। ਜਿਹਦੇ ਮਨ ਤੇ ਇੱਕ ਵਾਰ ਮਾੜਾ ਪ੍ਰਭਾਵ ਕਿਸੇ ਪਾਸਿਓਂ ਪੈ ਗਿਆ, ਉਹਨੂੰ ਮੇਟਣਾ ਬੜਾ ਔਖਾ। ਆ ਕਈ ਸੰਥਿਆ ਕਰਦੇ ਨੇ, ਕਈ ਸੰਥਿਆ ਵਾਲਿਆਂ ਨੂੰ ਤੇ ਅਖੀਰ ਜਵਾਬ ਦੇਣਾ ਪੈਂਦਾ ਵੀ ਤੂੰ ਨਹੀਂ ਹੁਣ ਕਰ ਸਕਦਾ, ਕਿਉਂ ਪਹਿਲਾਂ ਪਾਠ ਉਹਨੂੰ ਗਲਤ ਪੱਕ ਜਾਂਦੇ ਨਾ, ਜਿਹਨੂੰ ਉਹਨੂੰ ਉਹ ਗਲਤ ਹੀ ਪੱਕਿਆ ਰਹਿੰਦਾ। ਸੁਣਿਆ ਮੁਖ ਸਾਲਾਹਣ ਮੰਦ, ਇੱਥੇ ਸੰਸਸੇ ਨੂੰ ਕੰਨਾ, ਲੱਲੇ ਨੂੰ ਵੀ ਕੰਨਾ, ਸਾਲਾਹਣ ਪਾਠ ਹੈ। ਸਾਡੇ ਨਾਲ ਇੱਕ ਸਿੰਘ ਹੁੰਦਾ ਸੀ, ਜਥੇਦਾਰ ਵੀ ਸਾਡਾ ਅੰਮ੍ਰਿਤ ਸੰਚਾਰ 'ਚ, ਉਹਨੇ ਸੁਣਿਆ ਮੁਖ ਸਲਾਹਣ ਹੀ ਕਹਿਣਾ, ਫਿਰ ਉਹਨੂੰ ਯਾਦ ਕਰਾਉਣਾ, ਹਾਂ ਉਹਨੇ ਕਹਿਣਾ ਹਾਂ ਗਲਤੀ ਹੋ ਗਈ, ਸਾਲਾਹਣ। ਜਿਹਨੂੰ ਗਲਤ ਪਾਠ ਪੱਕ ਗਿਆ ਨਾ, ਫਿਰ ਉਹ ਨਹੀਂ ਠੀਕ ਕਰ ਸਕਦੇ, ਬਹੁਤ ਮੁਸ਼ਕਿਲ ਹੈ। ਕਈਆਂ ਨੂੰ ਇੱਕ ਓੰਕਾਰ ਹੀ ਪੱਕਿਆ ਹੋਇਆ, ਬੜੀ ਮੁਸ਼ਕਿਲ ਨੂੰ ਸਮਝਾਈਦਾ ਵੀ ਇੱਕ ਓੰਕਾਰ ਪਾਠ ਨਹੀਂ ਲਿਖਿਆ ਹੋਇਆ, ਕਈਆਂ ਨੂੰ ਏਕਮਕਾਰ ਹੀ ਪੱਕਿਆ ਹੋਇਆ। ਇੱਕ ਓੰਕਾਰ ਪਾਠ ਕਰਨਾ ਮਸਾਂ ਹੀ ਸਮਝਾਇਆ ਜਾਂਦਾ ਕਿਤੇ। ਇਸੇ ਤਰ੍ਹਾਂ ਜਿਹੜੇ ਕੋਰੇ ਕਾਗਜ਼ਾਂ ਤੇ ਕਿਸੇ ਬੰਦੇ ਨੇ ਗਲਤ ਗੱਲ ਪਹਿਲਾਂ ਛਾਪ ਦਿੱਤੀ, ਬੜੀ ਮੁਸ਼ਕਿਲ ਆ ਉਹ ਲਾਹ ਦੇਣੀ ਉੱਥੋਂ। ਗਲਤ ਗੱਲ ਪਹਿਲਾਂ ਹੀ ਆ ਗਈ ਮਨਾਂ ਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਉਹ ਸਾਨੂੰ ਗਲਤ ਗੱਲ ਜਿਹੜੀ ਮਨ ਦੇ ਉੱਤੇ ਛਪ ਗਈ, ਉਹ ਸਾਡੇ ਮਨ ਦੇ ਉੱਤੇ ਉਤਰ ਜਾਵੇ ਤਾਂ ਵਧੀਆ, ਨਹੀਂ ਤਾਂ ਉਹ ਠੱਪਾ ਲੱਗਿਆ ਲਗਾਇਆ ਹੀ ਗਲਤ ਪਾਸੇ ਲੈ ਜਾਂਦਾ। ਆਏ ਪਿਆ ਤੇਰੀ ਸਰਨਾਈ, ਜਿਉ ਭਾਵੈ ਤਿਉ ਲਹਿ ਮਿਲਾਈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਆਪ ਦੀ ਸ਼ਰਨ ਵਿੱਚ ਜਾ ਕੇ ਪੈ ਗਏ ਹਾਂ, ਜਿਵੇਂ ਜਾਣੋ ਉਵੇਂ ਹੀ ਆਪਣੇ ਨਾਲ ਮਿਲਾ ਲਓ ਸਾਨੂੰ। ਪਹਿਲਾਂ ਤਾਂ ਅਸੀਂ ਕਿ ਗੁਰੂ, ਫਿਰ ਗੁਰੂ ਤੋਂ ਬਾਅਦ ਪਰਮੇਸ਼ਰ ਦਾ ਨਾਮ ਆਇਆ। ਪੁਰਾਣਿਆਂ ਟਾਈਮਾਂ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਗੁਰੂ ਦੀ ਪ੍ਰਾਪਤੀ ਤੋਂ ਬਾਅਦ ਫਿਰ ਪਰਮੇਸ਼ਰ ਦਾ ਨਾਮ ਜਪ ਕੇ ਫਿਰ ਪਰਮੇਸ਼ਰ ਦੀ ਪ੍ਰਾਪਤੀ। ਤੇ ਗੁਰਸਿੱਖਾਂ ਉੱਤੇ ਕੀ ਕਿਰਪਾ ਹੋਈ ਕਿ ਪਰਮੇਸ਼ਰ ਹੀ ਸਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਹੀ ਪਰਮੇਸ਼ਰ ਹੈ ਤੇ ਪਰਮੇਸ਼ਰ ਹੀ ਸਾਡਾ ਸਤਿਗੁਰੂ ਹੈ। ਸਾਨੂੰ ਇਹ ਬੜੀ ਮੌਜ ਹੈ ਕਿ ਅਲੱਗ-ਅਲੱਗ ਕੁਛ ਵੀ ਨਹੀਂ। ਗੁਰ ਪਾਰ ਬ੍ਰਹਮ ਪਰਮੇਸ਼ਰ ਜਾਣ ਕੇ ਹੀ ਗੁਰੂ ਸਾਹਿਬ ਨੂੰ ਮੱਥਾ ਟੇਕੋ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਾਰਾ। ਕਿਉਂਕਿ ਧੁਰ ਕੀ ਬਾਣੀ ਹੈ ਜਿਹੜੀ, ਮਹਾਰਾਜ ਨੇ ਕਿਹਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਆਪ ਹੀ ਹੈ, ਇਹੀ ਸਾਡੇ ਸਤਿਗੁਰੂ ਹੈ, ਇਹੀ ਪਰਮੇਸ਼ਰ ਹੈ। ਨਿਰਗੁਣ ਰੂਪ ਧਾਰ ਲਿਆ, ਨਿਰਗੁਣ ਤੋਂ ਸਰਗੁਣ ਧਾਰ ਲਿਆ। ਕਰ ਕਿਰਪਾ ਪ੍ਰਭ ਭਗਤੀ ਲਾਭੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਦੇ ਨੇ, ਇਹ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੀ ਭਗਤੀ 'ਚ ਲਾ ਲਓ ਜੀ ਸਾਨੂੰ, ਕਿਰਪਾ ਕਰਕੇ। ਹੁਣ ਆਪਾਂ ਕਦੇ ਇਹ ਬੇਨਤੀ ਕਰੀਏ ਮਹਾਰਾਜ ਚਰਨਾਂ 'ਚ ਕਿ ਸਾਨੂੰ ਆਪਣੀ ਭਗਤੀ 'ਚ ਲਾ ਲਓ। ਇੱਕ ਮਾਲਾ
बैठ के रोज जपिया करो, एक माला पूरी या 15-20 मिनट बैठ के किया करो। फिरत फिरत प्रभ आया, परया तो सरनाए। फिरत फिरत प्रभ आया, नानक की प्रभ बेनती, अपनी भगति लाए। नानक की प्रभ बेनती। महाराज कहने बेनती करया करो, कर किरपा प्रभ भगति लावो। सतगुरु जी सानू भगति च ला लो। महाराज कहने भगति तो तां लाऊं, 2 मिनट बैठिया तो कर मेरे कोल, आउंदे ही भज जाना तू, पता नहीं क्यों। ये तुसीं एक कारण नोट करना है भी असीं आउंदियां ही गुरु ग्रंथ साहिब की हजूरी चों इन्नी छेती बाहर दौड़दे हैं। की प्रमाण देवां हुण इत्थे? वो बंदा जिन्होंने आपां देने एकदम दौड़ गया बाहर, बड़े जो काम बहुत हैं, बाहर निकलिया उत्थे किसी बंदे नाल खड़ा गल्लां करी जांदा, अद्धे घंटे बाद भी खड़े वो गल्लां करी जांदे। तुसीं तो कहना बड़ा जरूरी काम सी, वो जे बड़े चिर बाद मिले सी, असीं मिल के गल्लां कर लईए, बड़े चिर बाद मिले। सतगुरु कहने जन्म जन्म दे विछड़े हुए गुरु ग्रंथ साहिब नूं मिले हैं, इहनूं तां कल तूं मिलिया ही होएगा, 10 दिन पहलां मिलिया होएगा। गुरु ग्रंथ साहिब नालों आपां जन्मां दे विछड़े होए आ, इन्हां कोल तां बहिंदे नहीं। कदे ये एक माला महाराज सामने बह के तां करी नहीं, कदे हाथ जोड़ के उत्थे खड़ के तां कहा नहीं महाराज 84 दे गेड़े चों फिरदे फिरदे आए, भगती च ला लो अपनी। महाराज कहने मेरे कोल पता नहीं क्यों नहीं बहिंदे। की गल है बई महाराज जे पुछ लेण आपां नूं मेरे कोल क्यों नहीं बहिंदे तुसीं, इहदा कारण की है? ये अपने मन की खोज करो अंदर भी। ज्यादा आपां कथा सुणदे आ, कीर्तन सुणदे आ, एकदम उठ के दौड़ लैने, की कारण है? कि मन काला पै जांदा कि जां बाहर इन्ना इंपॉर्टेंट काम है कोई भी जिथे जाके उहदे बिना सरदा ही नहीं, बाहर जाए गल कुछ भी नहीं। पर एक बंदा इत्थे बह के आम लोकां दे वे जी टाइम वेस्ट वाली गल ही है, ये तो सानूं पता ही गल्लां दा। जे तुहानूं पता हुंदा ते गुरु नानक साहब नूं की लोड़ सी आउण दी? पता ही नहीं ना है इस गल दा, ये खोल के समझाउणा पैंदा। गुरु साहब दे कोल बैठ के एक तां दर्शन हुंदे महाराज दे, इहदे विच बड़ी किरपा हुंदी है। एक महाराज कोल बह के जिहड़ी बाणी सुणदे आ, बड़ी किरपा, अर्थ सुणदे आ, कोई ज्ञान पैदा हुंदा, कोई पाप कट्टे जांदे आ। सतगुरु महाराज की बख्शिश हुंदी आ। आपां ये पता नहीं क्यों भजदे आ उठ के। इस गल का ध्यान रखो भी महाराज दे कोल वध तो वध समा लाइए। फिर कल सतगुरु कहने जिस करके असीं सच्चा नाम अमृत पींदे रहिए, किरपा करो सानूं अपनी भगती च ला लो, साडे ते मेहर कर दिओ। मैं भी कई बार ये गल बारे सोचदा भी संगत ਜਾਂ ਤੇ ਬਹੁਤ ਘੱਟ ਜਾਂ ਫਿਰ ਆਉਂਦਿਆਂ ਸਾਰ ਦੌੜ ਜਾਣਾ। ਅਸਲ ਫਿਰ ਇਹ ਸੋਚੀਦਾ ਇਹਨਾਂ ਦਾ ਨਿਸ਼ਾਨਾ ਹੀ ਨਹੀਂ ਨਾ ਹੈ। ਜੇ ਤਾਂ ਨਿਸ਼ਾਨਾ ਹੋਵੇ ਆਪਣਾ ਵੀ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਮੇਰੇ ਕੰਠ 'ਚ ਜਾਪ ਹੋਵੇ, ਹਿਰਦੇ 'ਚ ਹੋਵੇ, ਨਾਭੀ 'ਚ ਹੋਵੇ, ਜਾਂ ਮੈਨੂੰ ਪ੍ਰਕਾਸ਼ ਹੋਵੇ, ਜਾਂ ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋਣ, ਗੁਰਾਂ ਦੇ ਦਰਸ਼ਨ ਹੋਣ, ਜਾਂ ਮੇਰੀ ਅੰਦਰ ਸੋਝੀ ਪੈਦਾ ਹੋਵੇ, ਜਾਂ ਮੈਨੂੰ ਕੋਈ ਸ਼ਕਤੀ ਪ੍ਰਾਪਤ, फिर तो कोई बंदा इस लालसा करके बैठे। बंदा ये कहता भी जब साडे कोल सारा कुछ है फिर सानू महाराज दे कोल इन्नी देर बहन की की लोड़ आ? यही साडा अज्ञान है बहुत वड्डा। सतगुरु सच्चे पातशाह साडे मालक ने, असी धन भाग समझते हैं जे गुरु ग्रंथ साहिब दे दर्शन दिहाड़ी च 5 वारी हो जाण, वो दिन बहुत भागां वाला हुंदा। पर आपां ये गल नहीं नोट करते। आपां कहने एक बार मत्था टेक तां लिया, बार बार हुण टेकी जाना। बई जिन्ना फायदा हुंदा तां कर लेना चाहिदा। जिन्नी वार मत्था टेकदे उन्नी वार ही लेख सिद्धा हुंदा। फिर माड़ी गल, जिन्ना कोल बैठ के भजन सिमरन करते हैं, सतगुरु सच्चे पातशाह सर्व व्यापक होने करके उन्नी ही किरपा करी जांदे, उन्ने कारज ठीक हो जांदे, उन्नी मेहर हो जांदी महाराज दी।